ਜੈ ਮਸੀਹ ਦੀ। ਮਦਰਸ ਡੇ ਸਪੈਸ਼ਲ ਦੇ ਵਿੱਚ ਅਸੀਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਹੈਪੀ ਮਦਰਸ ਡੇ ਟੂ ਆਲ ਮਦਰਸ। ਮਦਰ ਗॉड ਨੇ ਇੱਕ ਬੜਾ ਸਵੀਟੈਸਟ ਗਿਫਟ ਦਿੱਤਾ ਹੈ। ਮਦਰ ਇੱਕ ਅਨਮੋਲ ਦਾਤ ਹੈ ਜੋ ਪਿਤਾ ਪਰਮੇਸ਼ਵਰ ਨੇ ਸਾਨੂੰ ਦਿੱਤੀ ਹੈ। ਮਦਰ ਜੀਵਨ ਦੀ ਪਹਿਲੀ ਸੀੜੀ ਹੈ ਜਿਹੜੀ ਸਾਨੂੰ ਚੱਲਣਾ ਤੇ ਬੋਲਣਾ ਸਿਖਾਉਂਦੀ ਹੈ। ਮਦਰ ਦੇ ਵੇਰੀਅਸ ਸੈਕਰੀਫਾਈਸਿਸ ਨੇ ਆਪਣੀ ਫੈਮਿਲੀ ਦੀ ਖਾਤਰ। ਮਦਰ ਦੀ ਜੌਬ ਬੜੀ ਟਫ ਹੈ, 24/7 ਦੀ ਜੌਬ ਹੈ ਜਿਹਦੇ ਵਿੱਚ ਨਾ ਤੇ ਕੋਈ ਡੇ ਆਫ ਹੈ ਨਾ ਤੇ ਕੋਈ ਪੇ ਡੇ ਹੈ। ਔਰ ਕਈ ਵਾਰੀ ਅਸੀਂ ਮਦਰ ਨੂੰ ਐਪਰੀਸ਼ੀਏਟ ਵੀ ਨਹੀਂ ਕਰਦੇ। ਗॉड ਜੀ ਦਾ ਸੰਸਾਰ ਜਿਹਦੇ ਵਿੱਚ 7 ਬਿਲੀਅਨ ਪੀਪਲ ਰਹਿੰਦੇ ਨੇ, ਲੇਕਿਨ ਇੱਕ ਮਦਰ ਦਾ ਸੰਸਾਰ ਉਹਦੀ ਫੈਮਿਲੀ ਹੈ ਜਿਹਦੇ ਵਿੱਚ ਉਹਦੇ ਬੱਚੇ ਤੇ ਉਹਦੇ ਹਸਬੈਂਡ ਨੇ। ਉਹ ਇਸ ਛੋਟੇ ਜਿਹੇ ਸੰਸਾਰ ਦੇ ਵਿੱਚ ਬੜੀ ਖੁਸ਼ ਰਹਿੰਦੀ ਹੈ। ਐਵੇਂ ਕਿਸੇ ਨੇ ਨਹੀਂ ਕਿਹਾ ਕਿ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਨੇ। ਮਾਂ ਉਹ ਠੰਡੀ ਹਵਾ ਦੀ ਤਰ੍ਹਾਂ ਹੈ ਜਿੱਧਰੋਂ ਲੰਘਦੀ ਹੈ ਸਕੂਨ ਦਿੰਦੀ ਹੈ। ਐਸੀ ਮਾਂ ਦਾ ਪਿਆਰ ਆਪਣੇ ਬੱਚਿਆਂ ਦੀ ਖਾਤਰ, ਆਪਣੀ ਫੈਮਿਲੀ ਦੀ ਖਾਤਰ। ਆਓ ਦੇਖੀਏ ਪਵਿੱਤਰ ਬਾਈਬਲ ਦੇ ਵਿੱਚ ਫੈਮਿਲੀ ਦੇ ਕੀ ਫਰਜ਼ ਨੇ। ਪਹਿਲੇ ਅਸੀਂ ਬੱਚਿਆਂ ਦੇ ਬਾਰੇ ਦੇਖਾਂਗੇ। Book of Proverbs, chapter 6, verse 20, 21 and 22। ਹਿੰਦੀ ਵਿੱਚ ਇਹਨੂੰ ਨੀਤੀ ਵਚਨ ਵੀ ਕਹਿੰਦੇ ਨੇ ਤੇ ਪੰਜਾਬੀ ਵਿੱਚ ਕਹਾਵਤਾਂ ਵੀ ਕਹਿੰਦੇ ਨੇ। My son, keep your father's commandment। ਮੇਰੇ ਬੱਚੇ ਆਪਣੇ ਪਿਤਾ ਦੇ ਹੁਕਮਾਂ ਨੂੰ ਮੰਨਣਾ। And don't forget your mother's teaching। ਮਦਰ ਦੀਆਂ ਸਿੱਖਿਆਵਾਂ ਨੂੰ ਵੀ ਭੁੱਲਣਾ ਨਹੀਂ। 21st verse ਵਿੱਚ Remember their words always, tie them around your neck। ਇਹ ਗੱਲਾਂ ਪੱਲੇ ਬੰਨ੍ਹ ਲੈਣੀਆਂ। And keep them over your heart। ਗਲੇ ਦਾ ਹਾਰ ਬਣਾ ਲੈਣਾ, ਆਪਣੇ ਦਿਲ ਵਿੱਚ ਰੱਖ ਲੈਣੀਆਂ। 22nd Let this teaching lead you wherever you go। ਇਹ ਸਿੱਖਿਆਵਾਂ ਹੀ ਤੁਹਾਨੂੰ ਰਾਹ ਦਿਖਾਣਗੀਆਂ, ਇਹੀ ਤੁਹਾਡੀ ਅਗਵਾਈ ਕਰਨਗੀਆਂ, ਇਹੀ ਤੁਹਾਨੂੰ ਲੀਡ ਕਰਨਗੀਆਂ। It will watch over you while you sleep। ਜਦੋਂ ਤੁਸੀਂ ਸੋ ਰਹੇ ਹੋਵੋਗੇ ਇਹੀ ਸਿੱਖਿਆਵਾਂ, ਇਹੀ ਟੀਚਿੰਗਸ ਤੁਹਾਨੂੰ ਪ੍ਰੋਟੈਕਟ ਕਰਨਗੀਆਂ, ਤੁਹਾਡੀ ਰਖਵਾਲੀ ਕਰਨਗੀਆਂ। And when you wake up it will give you good advice। ਔਰ ਜਦੋਂ ਤੁਸੀਂ ਸੋ ਕੇ ਜਾਗੋਗੇ ਇਹ ਤੁਹਾਡੇ ਨਾਲ ਗੱਲਾਂ ਕਰਨਗੀਆਂ, ਤੁਹਾਨੂੰ ਸਮਝਾਉਣਗੀਆਂ। ਅੱਛੀਆਂ ਸਿੱਖਿਆਵਾਂ ਜਿਹੜੀਆਂ ਤੁਹਾਡੇ ਮਾਂ-ਬਾਪ ਨੇ ਦਿੱਤੀਆਂ ਨੇ ਉਹ ਤੁਹਾਡੇ ਦਿਲ ਔਰ ਦਿਮਾਗ ਵਿੱਚ ਰਹਿਣਗੀਆਂ। ਹਾਲੇਲੂਇਆ। ਆਓ ਦੇਖੀਏ ਕਿ ਪਵਿੱਤਰ ਬਾਈਬਲ ਦੇ ਵਿੱਚ ਹਸਬੈਂਡਸ ਦੇ ਕੀ ਫਰਜ਼ ਨੇ। 1 Peter chapter 3 verse 7। In the same way you husbands must give honor to your wives। Treat your wife with understanding as you live together। She may be weaker than you are, but she is your equal partner in God's gift of new life। Treat her as you should, so your prayers will not be hindered। Amen। ਪ੍ਰਭੂ ਜੀ ਕਹਿ ਰਹੇ ਨੇ ਹਸਬੈਂਡਸ ਨੂੰ ਕਿ ਆਪਣੀਆਂ ਵਾਈਫਸ ਦਾ ਆਨਰ ਕਰੋ, ਉਹਨਾਂ ਨੂੰ ਅੰਡਰਸਟੈਂਡ ਕਰੋ। ਨੋ ਡਾਊਟ ਫਿਜ਼ੀਕਲੀ ਉਹ ਵੀਕ ਵੈਸਲ ਨੇ, ਬਟ ਉਹ ਤੁਹਾਡੇ ਇਕੁਅਲ ਪਾਰਟਨਰ ਵੀ ਨੇ। ਜੇ ਤੁਸੀਂ ਇਸ ਤਰ੍ਹਾਂ ਟਰੀਟ ਕਰੋਗੇ ਤੇ ਜਦੋਂ ਤੁਸੀਂ ਪ੍ਰੇਅਰ ਕਰੋਗੇ ਐਜ਼ ਏ ਫੈਮਿਲੀ ਜਾਂ ਆਪਣੀ ਪਰਸਨਲ ਪ੍ਰੇਅਰ ਕਰੋਗੇ ਤੁਹਾਡੀ ਪ੍ਰੇਅਰਸ ਹਮੇਸ਼ਾ ਆਨਸਰ ਹੋਣਗੀਆਂ। ਹਾਲੇਲੂਇਆ।
Praise the Lord, everyone. Today I would like to share with you and tell you how I feel about being a mom. I feel so blessed to be a mom and to have a mother who have been a strong pillar in my life, who has always given me unconditional love, support, advice, who has been a very kind and a caring person. The same way Lord is, the same way Jesus is. He gives us unconditional love. He always gives us advice. He supports us. He's our security. We abide and we dwell in Him. The same way we abide and dwell in a mom's lap. जैसे माँ हमारी एक छाँव होती है जो हमें हर एक प्रोटेक्शन दे के रखती है, वैसे ही हमारे प्रभु हैं जो हमें अपने पंखों की आड़ में छुपा के रखते हैं। तो क्या हमारा कोई फर्ज बनता है माँ के लिए, हमारे पेरेंट्स के लिए? यस, बनता है। यीशु मसीह ने एफिशियंस चैप्टर 6 वर्स 2 and 3 में कहा है, ऑनर योर फादर एंड मदर which is the first commandment with promise, that it may be well with you and you may live long on the earth. तो यीशु मसीह ने हमें यही कहा है कि हमें क्या करना है, हमें अपने माँ बाप को ऑनर करना है, हमें उनको रिस्पेक्ट देनी है और हमें उनको केयर करना है. So I invite you people to tell us the best things about being a mom and best thing about your mom. Comment in the comments box below and let us know how you feel about your mom. यीशु मसीह की जय. प्रेज द लॉर्ड। ਅੱਜ ਮਦਰਸ ਡੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਆਪਣੀ ਫੈਮਿਲੀ ਵੱਲੋਂ ਸਾਰੀਆਂ ਮਾਵਾਂ ਨੂੰ ਭੈਣਾਂ ਨੂੰ ਹੈਪੀ ਮਦਰਸ ਡੇ ਕਹਿੰਦੀ ਆ। ਥੈਂਕ ਯੂ ਜੀ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਮਦਰਸ ਡੇ ਆ ਰਿਹਾ ਹੈ ਔਰ ਮਦਰਸ ਡੇ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਅਹਿਮ ਰੋਲ ਹੈ। ਇਸ ਦਾ ਬਹੁਤ ਹੀ ਸਾਡੀ ਮਾਂ ਦਾ ਸਾਡੀ ਲਾਈਫ ਦੇ ਵਿੱਚ ਇੱਕ ਬਹੁਤ ਹੀ ਪਵਿੱਤਰ ਕਿਰਦਾਰ ਹੈ ਔਰ ਮਾਵਾਂ ਉਹ ਹੁੰਦੀਆਂ ਨੇ ਕਿ ਜੋ ਮਾੜੇ ਤੋਂ ਮਾੜਾ ਸਮਾਂ ਵੀ ਆ ਜਾਵੇ ਤੇ ਉਹ ਸਾਡੇ ਸਮਾਂ ਘੱਟ ਮਾੜਾ ਆਉਂਦਾ ਉਹਨਾਂ ਉੱਪਰ ਜ਼ਿਆਦਾ ਆਉਂਦਾ, ਉਹ ਸਾਰਾ ਕਸ਼ਟ ਆਪਣੇ ਉੱਪਰ ਲੈ ਲੈਂਦੀਆਂ ਨੇ। ਤੋ ਦੁਨੀਆ ਵਿੱਚ ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ ਔਰ ਪਵਿੱਤਰ ਬਾਈਬਲ ਦੇ ਵਿੱਚ ਵੀ ਇਸ ਬਾਰੇ ਕਾਫੀ ਵਧੀਆ ਜ਼ਿਕਰ ਕੀਤਾ ਗਿਆ ਹੈ। ਤਾਂ ਮੈਂ ਤੁਹਾਡੇ ਨਾਲ ਕੁਝ ਵਰਸਿਸ ਸਾਂਝੀਆਂ ਕਰਨ ਜਾ ਰਿਹਾ ਹਾਂ। ਤਾਂ ਮੈਂ ਪਵਿੱਤਰ ਬਾਈਬਲ ਵਿੱਚੋਂ ਅਫਸੀਆਂ ਦੇ ਵਿੱਚੋਂ ਛੇਵੀਂ ਅਫਸੀਆਂ ਦੇ ਵਿੱਚੋਂ ਮੈਂ ਦੂਸਰੀ ਔਰ ਤੀਸਰੀ ਵਰਸ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਤਾਂ ਪਵਿੱਤਰ ਬਾਈਬਲ ਦੇ ਵਿੱਚ ਦੱਸਿਆ ਗਿਆ ਹੈ ਕਿ ਹੁਕਮ ਆਖਦਾ ਹੈ, ਪਹਿਲਾਂ ਮੈਂ ਸੈਕਿੰਡ ਵਰਸ ਸ਼ੁਰੂ ਕਰਦਾ ਹਾਂ। ਹੁਕਮ ਆਖਦਾ ਹੈ ਤੁਹਾਨੂੰ ਆਪਣੇ ਮਾਤਾ ਅਤੇ ਪਿਤਾ ਨੂੰ ਸਤਿਕਾਰਨਾ ਚਾਹੀਦਾ ਹੈ। ਇਹ ਪਹਿਲਾ ਹੁਕਮ ਹੈ ਜਿਸ ਦੇ ਨਾਲ ਇੱਕ ਆਉਂਦਾ ਹੋਇਆ ਵਾਅਦਾ ਹੈ। ਉਹ ਵਾਅਦਾ ਹੈ, ਤੀਸਰੀ ਵਰਸ, ਉਹ ਵਾਅਦਾ ਹੈ ਫਿਰ ਤੁਹਾਡੇ ਲਈ ਸਭ ਕੁਝ ਚੰਗਾ ਹੋਵੇਗਾ ਔਰ ਤੁਸੀਂ ਧਰਤੀ ਉੱਪਰ ਬਹੁਤ ਲੰਬੀ ਉਮਰ ਬਿਤਾਓਗੇ। ਯਾਨੀ ਕਿ ਸਾਨੂੰ ਪਵਿੱਤਰ ਬਾਈਬਲ ਦੇ ਵਚਨ ਵੀ ਦੱਸਦੇ ਨੇ ਕਿ ਜਿਨ੍ਹਾਂ ਨੇ ਆਪਣੇ ਮਾਂ-ਬਾਪ ਦਾ ਸਤਿਕਾਰ ਕੀਤਾ ਹੈ, ਜਿਨ੍ਹਾਂ ਨੇ ਉਹਨਾਂ ਨੂੰ ਲਾਈਫ ਦੇ ਵਿੱਚ ਚੰਗਾ ਥਾਂ ਦਿੱਤਾ ਹੈ, ਉਹਨਾਂ ਦਾ ਦਿਨ ਰਾਤ ਸੇਵਾ ਕੀਤੀ ਹੈ ਤੇ ਉਹ ਹਰ ਤਰ੍ਹਾਂ ਦਾ ਸੁੱਖ ਪ੍ਰਾਪਤ ਕਰਦੇ ਹਨ। थैंक यू, आमीन। एक कविता मेरी प्यारी माँ के नाम। मुझे नहीं पता ये किसने लिखी है, पर जिसने भी लिखी है बहुत खूबसूरत लिखी है। मेरी प्यारी माँ। बहुत याद आती है माँ, जब भी होती थी मैं परेशान, रात रात भर जाग कर तुम्हारा ये कहना कि कुछ नहीं सब ठीक हो जाएगा। याद आता है मेरे सफल होने पर तेरा दौड़ कर खुशी से गले लगाना। याद आता है माँ तेरा शिक्षक बनकर नई नई बातें सिखाना, अपना अनोखा ज्ञान देना। याद आता है माँ कभी दोस्त बनकर हंसी मजाक कर मेरी खामोशी को समझ लेना। याद आता है माँ कभी गुस्से से डांट कर चुपके से पुकारना, फिर सिर पर अपना स्नेह भरा हाथ फेरना। याद आता है माँ बहुत अकेली हूँ दुनिया की भीड़ में, फिर से अपना ममता का साया दे दो माँ, तुम्हारा स्नेह भरा प्रेम बहुत याद आता है माँ। मेरी प्यारी माँ। ललिता देवी, मेरी प्यारी माँ। धन्यवाद माँ, मुझे इस दुनिया में लाने के लिए, अपना अनोखा प्यार देने के लिए,
इस ज़िंदगी को संवारने के लिए तेरी मैं हर समय शुक्रगुजारी करती हूँ। थैंक यू मॉम, थैंक्स अ लॉट। ਪ੍ਰੇਜ਼ ਦਾ ਲਾਰਡ। ਅੱਜ ਮਦਰ ਡੇ ਆ। ਅਸੀਂ ਮਾਤਾ ਮਾਂ ਮਰੀਅਮ ਨੂੰ ਹੈਪੀ ਮਦਰ ਡੇਜ਼ ਕਹਿੰਦੇ ਆ, ਜਿਸ ਨੇ ਸਾਡੇ ਲਈ ਇੱਕ ਮੁਕਤੀਦਾਤਾ ਨੂੰ ਜਨਮ ਦਿੱਤਾ। ਇਸੇ ਤਰ੍ਹਾਂ ਸਾਰੀਆਂ ਮਾਤਾਵਾਂ ਨੂੰ ਅੱਜ ਮੈਂ ਹੈਪੀ ਮਦਰ ਡੇ ਕਹਿੰਦਾ ਤੇ ਗੋਡ ਉਹਨਾਂ ਨੂੰ ਬਲੈਸ ਕਰੇ। ਸਾਰਿਆਂ ਨੂੰ ਜੈ ਮਸੀਹ ਦੀ ਮੇਰੇ ਵੱਲੋਂ, ਸਾਗਰ ਵੱਲੋਂ। ਤੇ ਮੈਂ ਅੱਜ ਮਦਰਸ ਡੇ ਦੇ ਉੱਤੇ ਕਲਾਮ ਦੇ ਵਿੱਚੋਂ ਇੱਕ ਐਤ ਪੜ੍ਹ ਕੇ ਇੱਕ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਦਾ ਤੇ ਮੈਂ ਕੁਝ ਦੱਸਣਾ ਚਾਹੁੰਦਾ ਮਾਂ ਦੀ ਮਹਿਮਾ ਵਾਸਤੇ। ਕੁਝ ਦੱਸਣਾ ਚਾਹੁੰਦਾ ਕਿ ਅਸੀਂ ਕਿਸ ਤਰ੍ਹਾਂ ਮਾਂ ਨੂੰ ਪਿਆਰ, ਮੁਹੱਬਤ ਜਾਂ ਉਹਦਾ ਪਿਆਰ ਕਿਸ ਤਰ੍ਹਾਂ ਹਾਸਿਲ ਕੀਤਾ ਆਪਣੀ ਲਾਈਫ ਦੇ ਵਿੱਚ ਅਤੇ ਉਹਦਾ ਕੀ ਰੋਲ ਆ ਮੇਰੀ ਜ਼ਿੰਦਗੀ ਦੇ ਵਿੱਚ ਖਾਸ ਤੌਰ ਤੇ। ਤੇ ਜਦੋਂ ਆਪਾਂ ਪੜ੍ਹਦੇ ਹਾਂ ਓਲਡ ਟੈਸਟਾਮੈਂਟ ਕੂਚ 20 ਦੀ 12ਵੀਂ ਐਤ, ਤੁਹਾਨੂੰ ਆਪਣੇ ਪਿਤਾ ਅਤੇ ਮਾਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ ਤਾਂ ਜੋ ਤੁਸੀਂ ਉਸ ਧਰਤੀ ਦੇ ਭਰਪੂਰ ਜੀਵਨ ਜੀ ਸਕੋ ਜਿਹੜੀ ਯਹੋਵਾ ਤੁਹਾਡੇ ਪਰਮੇਸ਼ਵਰ ਤੁਹਾਨੂੰ ਦੇ ਰਹੇ ਹਨ। ਸਾਨੂੰ ਬਾਈਬਲ ਦੇ ਮੁਤਾਬਕ ਵੀ ਪਿਤਾ ਪਰਮੇਸ਼ਵਰ ਯਹੋਵਾ ਨੇ ਦੱਸਿਆ ਹੈ ਕਿ ਤੁਸੀਂ ਆਪਣੇ ਪਿਤਾ ਅਤੇ ਮਾਤਾ ਦੀ ਇੱਜ਼ਤ ਕਰੋ। ਜੇ ਤੁਸੀਂ ਆਪਣੇ ਪਿਤਾ ਜਾਂ ਮਾਤਾ ਦੀ ਇੱਜ਼ਤ ਨਹੀਂ ਕਰਦੇ, ਤੁਸੀਂ ਜਿੰਨਾ ਮਰਜ਼ੀ ਬਾਈਬਲ ਪੜ੍ਹ ਲਓ, ਜੋ ਕੁਝ ਤੁਸੀਂ ਮਰਜ਼ੀ ਕਰ ਲਓ, ਤੁਹਾਨੂੰ ਯਹੋਵਾ ਪਿਆਰ ਨਹੀਂ ਕਰ ਸਕਦੇ। ਤੁਹਾਨੂੰ ਯਹੋਵਾ ਉਹ ਜ਼ਿੰਦਗੀ ਨਹੀਂ ਦੇ ਸਕਦੇ ਜੋ ਤੁਸੀਂ ਚਾਹੁੰਦੇ ਹੋ ਜੇ ਤੁਸੀਂ ਆਪਣੇ ਮਾਂ-ਬਾਪ ਨੂੰ ਨਹੀਂ ਪਿਆਰ ਕਰਦੇ। ਤੇ ਮੈਂ ਅੱਜ ਮਦਰਸ ਡੇ ਤੇ ਆਪਣੀ ਮਾਂ ਨੂੰ ਹੈਪੀ ਮਦਰਸ ਡੇ ਕਹਿੰਦਾ ਆ। ਆਪਣੀ ਮਾਂ ਨੂੰ ਮੈਂ ਬਹੁਤ ਪਿਆਰ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਇਹ ਜ਼ਿੰਦਗੀ ਦਿੱਤੀ ਤੇ ਉਹਨਾਂ ਨੇ ਮੈਨੂੰ ਇਸ ਜੋ ਅੱਜ ਮੈਂ ਬਾਈਬਲ ਪੜ੍ਹ ਸਕਦਾ ਜਾਂ ਅੱਜ ਬਾਈਬਲ ਦੀ ਮੈਂ ਕੋਈ ਵੀ ਐਤ ਪੜ੍ਹਦਾ ਤੇ ਉਹ ਪਰਮੇਸ਼ਵਰ ਨੂੰ ਮਹਿਮਾ ਦਿੰਦੀ ਹੈ। ਤੇ ਪਰਮੇਸ਼ਵਰ ਯਹੋਵਾ ਜੋ ਸਾਨੂੰ ਸਿਖਾਉਂਦਾ ਆ ਆਪਣੀ ਮਾਂ ਪਿਓ ਦੀ ਇੱਜ਼ਤ ਕਰਨਾ, ਤੇ ਉਸ ਨੂੰ ਮੈਂ ਮਹਾਨਤਾ ਦਿੰਦਾ ਆ। ਧੰਨਵਾਦ ਕਰਦਾ ਪਿਤਾ ਪਰਮੇਸ਼ਵਰ, ਤੁਸੀਂ ਮੈਨੂੰ ਮੇਰੀ ਮਾਂ ਦਿੱਤੀ। ਔਰ ਹੈਪੀ ਮਦਰਸ ਡੇ ਕਹਿੰਦਾ ਸਾਰਿਆਂ ਨੂੰ। ਥੈਂਕ ਯੂ ਸੋ ਮਚ। Praise the Lord. Happy Mother's Day to all the mothers in the world. Happy Mother's Day. हैप्पी मदर्स डे। एक कविता हिंदी की मैं आपके साथ शेयर करना चाहती हूँ। इस कविता को मैंने नहीं लिखा। ये कविता मैं अपनी मदर को डेडिकेट करना चाहती हूँ जो इस दुनिया में नहीं है। मेरा ईमान है कि जहां भी वो है मेरा प्यार उस तक जरूर पहुंचेगा। माँ तो जन्नत का फूल है, प्यार करना उसका असूल है। दुनिया की मोहब्बत फिजूल है, माँ की हर दुआ कबूल है। माँ को नाराज करना इंसान तेरी भूल है। माँ के कदमों की मिट्टी जन्नत की धूल है। आई लव यू मॉम। मैं हर मदर को नम्न करती हूँ। मैं हर मदर को सैल्यूट करती हूँ। गॉड ब्लेस यू ऑल। मेरा ईमान है कि आज का कलाम सुन के आपको खूब बरकत मिली होगी। अगर आप इसी तरह के बरकत भरे कलाम और बाइबल स्टडीज़ देखना चाहते हैं तो आप हमारे चर्च के यूट्यूब चैनल पर सब्सक्राइब कर सकते हैं। हमारे चर्च के यूट्यूब चैनल का एड्रेस है हिज प्रेयर हाउस। आने वाले दिनों में आपको इस चैनल पर बहुत ही बरकत भरे कलाम, बाइबल स्टडीज़ और लाइफ चेंजिंग स्टोरीज ऑफ ब्रदर्स एंड सिस्टर्स देखने को मिलेंगी। आप हमें फेसबुक पेज पर भी लाइक और फॉलो कर सकते हैं। हमारे चर्च के फेसबुक का एड्रेस है facebook.com/hisprayerhouse। और इसी तरह आप हमें हमारी वेबसाइट पर भी विज़िट कर सकते हैं। हमारे चर्च की वेबसाइट का एड्रेस है hisprayerhouse.org। खुदा आपको खूब बरकत दे।